ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਹੋ ਤੁਸੀਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਦੀ PR ਜਿਨ੍ਹਾਂ ਨੇ ਅਪਲਾਈ ਕਰਨੀ ਹੈ ਉਹਨਾਂ ਵਾਸਤੇ ਨਵੀਂ ਅਪਡੇਟ ਆਈ ਹੈ ਕਿ ਜਿਨ੍ਹਾਂ ਨੂੰ ਅਕਾਊਂਟ ਵਿੱਚ ਫੰਡ ਦਿਖਾਉਣਾ ਹੀ ਪੈਂਦਾ ਹੈ ਉਸ ਦੇ ਵਿੱਚ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਮੂਲ ਨਿਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਪੜ੍ਹ ਚੁੱਕੇ ਵੀ ਸ਼ਾਮਲ ਸਨ। ਕੱਲ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੇ ਕਿਹੜੇ ਸੂਬੇ ਵਿੱਚ ਜਾ ਰਹੇ ਨੇ ਇਸ ਦੇ ਬਾਰੇ ਦੱਸਾਂਗੇ। ਟੋਰਾਂਟੋ ਵਿੱਚ ਕੁਝ ਘੰਟੇ ਪਹਿਲਾਂ ਹੀ ਚੱਲੀਆਂ ਗੋਲੀਆਂ, ਦੱਸਾਂਗੇ ਪੁਲਿਸ ਨੇ ਕੀ ਦਿੱਤੀ ਜਾਣਕਾਰੀ। ਓਨਟਾਰੀਓ ਦੇ ਲੰਡਨ 'ਚ ਪੁਲਿਸ ਨੇ ਕੋਕੇਨ ਸਮੇਤ ਕਈ ਨਸ਼ੇ ਤੇ ਹੋਰ ਸਮਾਨ ਬਰਾਮਦ ਕੀਤਾ ਹੈ। 2 ਜਣਿਆਂ ਤੇ ਮਾਮਲੇ ਵੀ ਦਰਜ ਹੋਏ ਨੇ। ਕੈਲਗਰੀ ਵਿੱਚ ਨਿਰਮਾਣ ਅਧੀਨ ਘਰ ਦੀ ਛੱਤ ਤੋਂ ਡਿੱਗਿਆ ਵਿਅਕਤੀ, ਦੱਸਾਂਗੇ ਕੀ ਹੈ ਪੂਰਾ ਮਾਮਲਾ। ਕੈਨੇਡਾ ਵਿੱਚ ਦਾਖਲ ਹੋਣ ਵਾਲੇ ਕਈ ਇੰਟਰਨੈਸ਼ਨਲ ਯਾਤਰੀਆਂ ਨੂੰ ਸੋਮਵਾਰ ਤੋਂ ਮਿਲੀ ਕਾਫੀ ਰਾਹਤ, ਕਈਆਂ ਨੇ ਅਨੁਭਵ ਕੀਤੇ ਸਾਂਝੇ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ, ਜਿਸ ਮੁਤਾਬਕ ਉਹਨਾਂ ਨੇ ਦੱਸਿਆ ਕਿ PR ਦੇ ਵਾਸਤੇ ਜਿਨ੍ਹਾਂ ਦੇ ਵੱਲੋਂ ਫਾਈਲਾਂ ਲਗਾਈਆਂ ਜਾਂਦੀਆਂ ਨੇ ਜਾਂ ਫਿਰ ਜਿਨ੍ਹਾਂ ਨੇ ਇਸ ਸਮੇਂ ਫਾਈਲਾਂ ਲਗਾਈਆਂ ਹੋਈਆਂ ਨੇ, ਸਾਲ 2021 ਦੇ ਵਾਸਤੇ ਫੰਡ ਨੂੰ ਲੈ ਕੇ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ। ਦਰਅਸਲ ਜਿਨ੍ਹਾਂ ਕੋਲ ਜੌਬ ਆਫਰ ਲੈਟਰ ਨਹੀਂ ਹੁੰਦਾ, ਜਿਨ੍ਹਾਂ ਦੇ ਵੱਲੋਂ PR ਦੇ ਵਾਸਤੇ ਅਪਲਾਈ ਕੁਝ ਇਸ ਤਰ੍ਹਾਂ ਪੁਆਇੰਟਸ ਦੇ ਆਧਾਰ ਦੇ ਉੱਤੇ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਜੌਬ ਆਫਰ ਲੈਟਰ ਦੀ ਲੋੜ ਨਹੀਂ ਪੈਂਦੀ, ਪਰ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਪ੍ਰਤੀ ਵਿਅਕਤੀ ਦੇ ਹਿਸਾਬ ਦੇ ਨਾਲ ਕਿ ਜੇਕਰ ਇੱਕ ਜਣੇ ਨੇ ਫਾਈਲ ਲਗਾਉਣੀ ਹੈ PR ਦੇ ਵਾਸਤੇ ਤਾਂ ਉਸ ਹਿਸਾਬ ਦੇ ਨਾਲ ਇੱਕ ਸੀਮਤ ਸੀਮਾ ਦੱਸੀ ਜਾਂਦੀ ਹੈ ਕਿ ਇੰਨਾ ਫੰਡ ਤੁਹਾਡੇ ਬੈਂਕ ਖਾਤੇ ਵਿੱਚ ਹੋਣਾ ਹੀ ਚਾਹੀਦਾ ਹੈ, ਤਾਂ ਕਿ ਇਹ ਕੈਨੇਡਾ ਸਰਕਾਰ ਨੂੰ ਪਤਾ ਲੱਗ ਸਕੇ ਕਿ ਜੇਕਰ ਤੁਸੀਂ ਕੈਨੇਡਾ ਵਿੱਚ ਆਉਂਦੇ ਵੀ ਹੋ ਤਾਂ ਤੁਹਾਡੇ ਕੋਲ ਇੰਨੇ ਕੁ ਪੈਸੇ ਮੌਜੂਦ ਨੇ ਕਿ ਤੁਸੀਂ ਆਪਣਾ ਖਰਚਾ ਕੁਝ ਸਮੇਂ ਦੇ ਵਾਸਤੇ ਚੁੱਕ ਸਕੋ। ਤੇ ਇਸ ਦੇ ਨਾਲ ਹੀ ਉਸ ਫੰਡ ਨੂੰ ਲੈ ਕੇ ਇੱਕ ਅਪਡੇਟ ਜਾਰੀ ਕੀਤੀ ਗਈ ਹੈ ਕਿ ਸਾਲ 2021 ਵਿੱਚ ਪ੍ਰਤੀ ਵਿਅਕਤੀ ਦੇ ਹਿਸਾਬ ਦੇ ਨਾਲ ਅਕਾਊਂਟ ਵਿੱਚ $13,200 ਦੇ ਕਰੀਬ ਫੰਡ ਦਿਖਾਉਣਾ ਹੀ ਪਵੇਗਾ, ਜੋ ਕਿ ਘੱਟੋ ਘੱਟ ਫੰਡ ਹੈ ਉਸ ਨੂੰ $13,200 ਦੇ ਕਰੀਬ ਤੱਕ ਸੀਮਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਿਵੇਂ ਹੀ ਪਰਿਵਾਰਕ ਮੈਂਬਰ ਜੋ ਪ੍ਰਤੀ ਵਿਅਕਤੀ ਵੱਧਦੇ ਜਾਂਦੇ ਨੇ ਤਾਂ ਪ੍ਰਤੀ ਵਿਅਕਤੀ ਦੇ ਹਿਸਾਬ ਦੇ ਨਾਲ $3,500 ਦੇ ਕਰੀਬ ਦਾ ਫੰਡ ਵੀ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ, ਜੋ ਕਿ ਦਿਖਾਉਣਾ ਪੈਂਦਾ ਹੈ। ਤੇ ਇਸ ਨੂੰ ਲੈ ਕੇ ਇਹ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ PR ਦੇ ਵਾਸਤੇ ਫਾਈਲ ਲਗਾਈ ਹੋਈ ਹੈ ਤਾਂ 15 ਜੁਲਾਈ ਤੋਂ ਪਹਿਲਾਂ ਉਸ ਦੇ ਵਿੱਚ ਇਸ ਅਪਡੇਟ ਨੂੰ ਜੋੜ ਸਕਦੇ ਹੋ। ਜੇਕਰ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਘੱਟ ਨੇ ਤਾਂ ਹੋਰ ਜ਼ਿਆਦਾ ਫੰਡ ਤੁਹਾਨੂੰ ਦਿਖਾਉਣਾ ਪਵੇਗਾ। ਤਾਂ ਇਸ ਨਾਲ ਸੰਬੰਧਿਤ ਜੋ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਜਾਣਕਾਰੀ ਦਿੱਤੀ ਹੈ ਤੁਹਾਨੂੰ ਦੱਸੀ ਹੈ ਅਸੀਂ। ਇਸ ਨਾਲ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸਰਵਾਈਵਰ, ਯਾਨੀ ਕਿ ਜਿਹੜੇ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਪੜ੍ਹੇ ਸੀ ਪਰ ਉਸ ਤੋਂ ਬਾਅਦ ਉਹ ਬਚ ਗਏ, ਉਹਨਾਂ ਮੂਲ ਨਿਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਦੋਂ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਕਈ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਤੇ ਇਸ ਤੋਂ ਬਾਅਦ ਸਸਕੈਚੁਅਨ ਵਿੱਚ ਜਿਸ ਥਾਂ ਦੇ ਉੱਤੇ ਮੂਲ ਨਿਵਾਸੀ ਭਾਈਚਾਰੇ ਦੇ ਵਿੱਚੋਂ ਰੈਜ਼ੀਡੈਂਸ਼ੀਅਲ ਸਕੂਲ ਦੇ ਕੋਲੋਂ 700 ਤੋਂ ਵੱਧ ਪਿੰਜਰ ਹੁਣ ਮਿਲੇ ਨੇ, ਉਸ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹੁੰਚ ਰਹੇ ਨੇ, ਜਿੱਥੇ ਕਿ ਫਰਸਟ ਨੇਸ਼ਨ ਦੇ ਨਾਲ ਜੋ ਤਾਜ਼ਾ ਸੰਧੀ ਹੋਈ ਹੈ ਕੈਨੇਡਾ ਸਰਕਾਰ ਤੇ ਸਸਕੈਚੁਅਨ ਸਰਕਾਰ ਦੀ, ਉਸ ਨੂੰ ਲੈ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿੱਥੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪ ਸਸਕੈਚੁਅਨ ਦੇ ਵਿੱਚ ਜੁਲਾਈ 6 ਦੇ ਦਿਨ ਪਹੁੰਚਣਗੇ। ਇਸ ਨਾਲ ਹੀ ਅਗਲੀ ਖਬਰ ਹੈ ਕਿ ਓਨਟਾਰੀਓ ਦੇ ਲੰਡਨ ਵਿੱਚ ਪੁਲਿਸ ਅਧਿਕਾਰੀਆਂ ਨੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਤੇ ਨਾਲ ਹੀ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਹੈ। ਓਨਟਾਰੀਓ ਦੇ ਲੰਡਨ ਤੋਂ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇੱਕ ਜਾਂਚ ਕੀਤੀ ਜਿਸ ਤੋਂ ਬਾਅਦ ਨਸ਼ਾ, ਕੈਸ਼ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਘਰ ਦੇ ਵਿੱਚ ਓਕ ਕ੍ਰਾਸਿੰਗ ਰੋਡ, ਆਕਸਫੋਰਡ ਸਟਰੀਟ ਤੇ ਵੰਡਰਲੈਂਡ ਰੋਡ ਦੇ ਉੱਤਰ ਪੱਛਮੀ ਹਿੱਸੇ ਦੇ ਵਿੱਚ ਉੱਥੇ ਜਾਂਚ ਕੀਤੀ ਤੇ ਇੱਕ ਵਾਹਨ ਦੀ ਵੀ ਉਹਨਾਂ ਨੇ ਜਾਂਚ ਕੀਤੀ। ਸ਼ੁੱਕਰਵਾਰ ਨੂੰ ਇਹ ਛਾਪੇਮਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਨੇ 1 ਕਿਲੋ 25 ਗ੍ਰਾਮ ਤੱਕ ਕੋਕੇਨ, 431 ਗ੍ਰਾਮ ਫੈਂਟਨਲ ਤੇ ਹੋਰ ਸਮਾਨ ਬਰਾਮਦ ਕੀਤਾ ਹੈ, ਜਿਸ ਦੇ ਵਿੱਚ ਗੋਲੀਆਂ ਵੀ ਨੇ ਤੇ ਰੌਂਦ ਵੀ ਨੇ। $1,000 ਕੈਸ਼ ਵੀ ਹੈ, ਵਾਹਨ ਵੀ ਬਰਾਮਦ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੋ ਸਮਾਨ ਬਰਾਮਦ ਕੀਤਾ ਗਿਆ ਉਸ ਦੀ ਕੀਮਤ ਕਰੀਬ $2,34,000 ਤੱਕ ਹੈ। ਜਿਸ ਤੋਂ ਬਾਅਦ ਉਹਨਾਂ ਨੇ ਲੰਡਨ ਦੇ ਹੀ ਰਹਿਣ ਵਾਲੇ 2 ਵਿਅਕਤੀਆਂ ਦੇ ਉੱਤੇ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ 30 ਸਾਲ ਹੈ ਤੇ ਦੂਜੇ ਦੀ 21 ਸਾਲ ਹੈ, ਦੋਵਾਂ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਨੇ, ਜਿਸ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵੀ ਸ਼ਾਮਲ ਨੇ। ਅੱਗੇ ਖਬਰ ਹੈ ਕਿ ਸੋਮਵਾਰ ਦੀ ਰਾਤ ਨੂੰ ਟੋਰਾਂਟੋ ਵਿੱਚ ਗੋਲੀਆਂ ਚੱਲੀਆਂ ਨੇ, ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਟੋਰਾਂਟੋ ਵਿੱਚ ਨਾਰਥ ਯਾਰਕ ਖੇਤਰ 'ਚ ਸੋਮਵਾਰ ਦੀ ਰਾਤ ਨੂੰ ਗੋਲੀਆਂ ਚੱਲੀਆਂ ਨੇ, ਜਿੱਥੇ ਇੱਕ 47 ਸਾਲਾ ਵਿਅਕਤੀ ਨੂੰ ਗੋਲੀਆਂ ਲੱਗੀਆਂ। ਫਿੰਚ ਐਵੇਨਿਊ ਦੇ ਉੱਤੇ
ਅੱਜ ਰਾਤੀ 8 ਵਜੇ ਦਾ ਹੀ ਇਹ ਮਾਮਲਾ ਯਾਨੀ ਕਿ ਕੁਝ ਘੰਟੇ ਪਹਿਲਾਂ ਹੀ ਗੋਲੀਆਂ ਚੱਲੀਆਂ ਨੇ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਜਦੋਂ ਹਸਪਤਾਲ ਪਹੁੰਚਾਇਆ ਤਾਂ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ, ਪਰ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਅਪਾਰਟਮੈਂਟ ਇਮਾਰਤ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਕਿ ਗੋਲੀਆਂ ਚੱਲੀਆਂ ਨੇ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਚਸ਼ਮਦੀਦ ਸਾਹਮਣੇ ਆਉਣ ਤੇ ਪੁਲਿਸ ਨੂੰ ਜਾਣਕਾਰੀ ਦੇਣ ਇਸ ਮਾਮਲੇ ਦੇ ਬਾਰੇ। ਜੇਕਰ ਕਿਸੇ ਨੂੰ ਵੀ ਜਾਣਕਾਰੀ ਹੋਵੇ ਤਾਂ ਟੋਰਾਂਟੋ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇੱਕ ਵਿਅਕਤੀ ਦੀ ਭਾਲ ਕਰ ਰਹੇ ਨੇ ਜੋ ਕਿ ਮੌਕੇ ਤੋਂ ਫਰਾਰ ਹੋਇਆ ਹੈ ਗੋਲੀਆਂ ਚੱਲਣ ਦੇ ਮਾਮਲੇ ਵਿੱਚ। ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਹਜੇ ਸ਼ੁਰੂਆਤੀ ਦੌਰ ਦੇ ਵਿੱਚ ਹੈ, ਜਿਸ ਕਰਕੇ ਹਜੇ ਇਹ ਨਹੀਂ ਦੱਸ ਸਕਦੇ ਕਿ ਆਖਿਰ ਕਾਰਨ ਕੀ ਰਿਹਾ ਗੋਲੀਆਂ ਚਲਾਉਣ ਦਾ। ਅਗਲੀ ਖਬਰ ਹੈ ਕੈਲਗਰੀ ਤੋਂ, ਜਿੱਥੇ ਕਿ ਇੱਕ ਘਰ ਨਿਰਮਾਣ ਅਧੀਨ ਸੀ ਤੇ ਉੱਥੇ ਕਾਮਾ ਹਾਦਸੇ ਦਾ ਸ਼ਿਕਾਰ ਹੋ ਗਿਆ। ਕੈਲਗਰੀ ਵਿੱਚ ਸੋਮਵਾਰ ਨੂੰ ਹੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਤਾਂ ਉੱਥੇ ਇੱਕ ਕਾਮਾ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜੋ ਕਿ ਛੱਤ ਦੇ ਉੱਪਰੋਂ ਹੇਠਾਂ ਡਿੱਗ ਗਿਆ, ਜਿਸ ਦੇ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ 1 ਵਜੇ ਦਾ ਮਾਮਲਾ ਹੈ ਜਦੋਂ ਐਮਰਜੈਂਸੀ ਸਰਵਿਸਿਜ਼ ਨੂੰ ਮੌਕੇ ਦੇ ਉੱਤੇ ਬੁਲਾਇਆ ਗਿਆ। 40 ਸਾਲ ਦੀ ਉਮਰ ਦੇ ਕਰੀਬ ਦਾ ਵਿਅਕਤੀ ਸੀ ਜੋ ਕਿ ਇੱਕ ਘਰ ਜੋ ਬਣ ਰਿਹਾ ਸੀ ਉਸ ਦੀ ਛੱਤ ਤੋਂ ਹੇਠਾਂ ਡਿੱਗ ਗਿਆ। 1400 ਬਲਾਕ ਤੇ ਕਾਪਰਫੀਲਡ ਬੁਲੇਵਾਰਡ ਦਾ ਇਹ ਮਾਮਲਾ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੁੱਟਹਿਲਸ ਹਸਪਤਾਲ ਦੇ ਵਿੱਚ ਉਸ ਵਿਅਕਤੀ ਨੂੰ ਭਰਤੀ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਤਾਂ ਜ਼ਰੂਰ ਸੀ ਪਰ ਹੁਣ ਖਤਰੇ ਤੋਂ ਬਾਹਰ ਹੈ। ਤਾਂ ਇਸ ਨਾਲ ਅਗਲੀ ਖਬਰ ਹੈ ਕਿ ਜਿਵੇਂ ਜੁਲਾਈ 5 ਤੋਂ ਯਾਨੀ ਕਿ ਦਿਨ ਸੋਮਵਾਰ ਤੋਂ ਸ਼ੁਰੂਆਤ ਹੋਈ ਕਿ ਇੰਟਰਨੈਸ਼ਨਲ ਯਾਤਰੀ ਜਿਹੜੇ ਵੀ ਕੈਨੇਡਾ ਪਹੁੰਚ ਰਹੇ ਨੇ ਉਹਨਾਂ ਵਿੱਚ ਜਿਨ੍ਹਾਂ ਨੂੰ ਕੁਆਰੰਟਾਈਨ ਤੋਂ ਛੋਟ ਮਿਲੀ ਹੈ ਉਸ ਦੇ ਵਾਸਤੇ ਜਿਹੜੇ ਯੋਗਤਾ ਰੱਖਦੇ ਸਨ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਗਈ ਤੇ ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਤੇ ਇਸ ਨੂੰ ਲੈ ਕੇ ਹੀ ਇਸ ਛੋਟ ਦੇ ਬਾਰੇ ਪੂਰੀ ਜਾਣਕਾਰੀ ਇੱਕ ਵਾਰ ਤੁਹਾਨੂੰ ਦੱਸਾਂਗੇ। ਕੈਨੇਡਾ ਸਰਕਾਰ ਨੇ ਇੰਟਰਨੈਸ਼ਨਲ ਯਾਤਰੀਆਂ ਨੂੰ ਹਦਾਇਤਾਂ ਵਿੱਚ ਢਿੱਲ ਦੇਣ ਦੇ ਬਾਰੇ ਜੋ ਐਲਾਨ ਕੀਤਾ ਸੀ ਉਹ ਅੱਜ ਯਾਨੀ ਕਿ 5 ਜੁਲਾਈ ਤੋਂ ਲਾਗੂ ਹੋ ਚੁੱਕਿਆ ਹੈ, ਜਿਸ ਦੇ ਲਈ ਉਹ ਸਾਰੇ ਸਿਟੀਜ਼ਨ, ਪਰਮਨੈਂਟ ਰੈਜ਼ੀਡੈਂਟ, ਐਸੈਂਸ਼ੀਅਲ ਵਰਕਰ ਤੇ ਇੰਟਰਨੈਸ਼ਨਲ ਸਟੂਡੈਂਟ ਯੋਗਤਾ ਰੱਖਦੇ ਨੇ ਜਿਹੜੇ ਵੀ ਫੁੱਲੀ ਵੈਕਸੀਨੇਟਡ ਹੋਣਗੇ ਤੇ ਉਹਨਾਂ ਦੇ ਵੱਲੋਂ ਆਪਣਾ ਟੀਕੇ ਲੱਗੇ ਹੋਣ ਦਾ ਸਬੂਤ ਅਰਾਈਵਕੈਨ ਐਪਲੀਕੇਸ਼ਨ ਦੇ ਵਿੱਚ ਭਰਿਆ ਜਾਵੇਗਾ। ਅਰਾਈਵਕੈਨ ਐਪਲੀਕੇਸ਼ਨ ਨੂੰ ਫੋਨ ਦੇ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਆਨਲਾਈਨ ਜਾ ਕੇ ਵੀ ਡੈਸਕਟਾਪ ਦੇ ਉੱਤੇ ਅਰਾਈਵਕੈਨ ਦੇ ਵਿੱਚ ਜਾਣਕਾਰੀ ਭਰੀ ਜਾ ਸਕਦੀ ਹੈ ਤੇ ਉਸ ਦੇ ਵਿੱਚ ਟੀਕੇ ਲੱਗੇ ਹੋਣ ਦਾ ਸਬੂਤ ਹੈ ਜੋ ਉਹ ਜਾਣਕਾਰੀ ਭਰਨੀ ਹੈ ਤਾਂ ਕਿ ਕੁਆਰੰਟਾਈਨ ਤੋਂ ਛੋਟ ਮਿਲ ਸਕੇ। ਇਸ ਦੇ ਨਾਲ ਹੀ ਕੈਨੇਡਾ ਬਾਰਡਰ ਸਰਵਿਸਿਜ਼ ਅਧਿਕਾਰੀਆਂ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਯਾਤਰੀਆਂ ਨੂੰ ਕਿ ਕੁਆਰੰਟਾਈਨ ਤੋਂ ਛੋਟ ਸੰਬੰਧੀ ਹਦਾਇਤਾਂ ਹਟਾਈਆਂ ਜਾ ਰਹੀਆਂ ਨੇ। ਜਿਨ੍ਹਾਂ ਦੇ ਟੀਕੇ ਲੱਗੇ ਹੋਏ ਨੇ ਉਹਨਾਂ ਦੇ ਨਾ ਕਿ ਟਰੈਵਲ ਨੂੰ ਲੈ ਕੇ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਪਤਾ ਕਰਨਾ ਹੈ ਕਿ ਤੁਹਾਨੂੰ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਹੈ ਜਾਂ ਨਹੀਂ ਤਾਂ ਇਸ ਦੇ ਲਈ ਇੱਕ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਰਹੇ ਹਾਂ। ਉਸ ਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਇਹ ਆਉਂਦਾ ਹੈ ਕਿ ਤੁਹਾਡਾ ਸਟੇਟਸ ਕੀ ਹੈ ਕੈਨੇਡਾ ਦੇ ਵਿੱਚ, ਕਿ ਤੁਸੀਂ ਸਿਟੀਜ਼ਨ ਹੋ, PR ਹੋ ਜਾਂ ਫਿਰ ਤੁਸੀਂ ਪ੍ਰਵਾਸੀ ਹੋ। ਤਾਂ ਇਸ ਨਾਲ ਸੰਬੰਧਿਤ ਜਾਣਕਾਰੀ ਭਰਨੀ ਹੈ ਤਾਂ ਅੱਗੇ ਤੋਂ ਅੱਗੇ ਸਵਾਲ ਹੋਰ ਪੁੱਛੇ ਜਾਣਗੇ, ਉਹਨਾਂ ਦੇ ਜਵਾਬ ਦੇਣੇ ਨੇ। ਅੰਤ ਵਿੱਚ ਇੱਥੇ ਹੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਕਿ ਤੁਸੀਂ ਕੈਨੇਡਾ ਦੇ ਵਿੱਚ ਆ ਸਕਦੇ ਹੋ ਜਾਂ ਨਹੀਂ, ਜਿਸ ਤੋਂ ਬਾਅਦ ਤੁਹਾਡੇ ਕੋਲ ਇਹ ਜਾਣਕਾਰੀ ਹੋਵੇਗੀ। ਇਹ ਲਿੰਕ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਖ ਸਕਦੇ ਹੋ। ਇਸ ਦੇ ਨਾਲ ਹੀ ਅੱਗੇ ਜਾਣਕਾਰੀ ਹੈ ਕਿ ਆਖਿਰ ਉਹ ਕਿਹੜੇ ਟੀਕੇ ਨੇ ਜਿਹੜੇ ਲੱਗੇ ਹੋਣ ਤੇ ਹੀ ਕੈਨੇਡਾ ਦੇ ਵੱਲੋਂ ਫੁੱਲੀ ਵੈਕਸੀਨੇਟਡ ਤੁਹਾਨੂੰ ਮੰਨਿਆ ਜਾਵੇਗਾ। ਉਸ ਦੇ ਵਿੱਚ ਸਭ ਤੋਂ ਪਹਿਲਾਂ ਫਾਈਜ਼ਰ, ਅਗਲਾ ਹੈ ਮੋਡਰਨਾ, ਅਗਲਾ ਹੈ ਐਸਟਰਾਜ਼ੈਨੇਕਾ, ਜਿਸ ਦੇ ਕਿ ਕੋਵੀਸ਼ੀਲਡ ਦੇ ਟੀਕੇ ਭਾਰਤ ਵਿੱਚ ਲੱਗੇ ਨੇ ਉਸ ਨੂੰ ਵੀ ਇਜਾਜ਼ਤ ਹੈ। ਤੇ ਅੱਗੇ ਹੈ ਜੌਨਸਨ ਐਂਡ ਜੌਨਸਨ, ਜਿਨ੍ਹਾਂ ਦੇ ਵੀ ਇਹ ਟੀਕੇ ਲੱਗੇ ਹੋਏ ਨੇ ਤੇ ਜਿਸ ਦਿਨ ਟਰੈਵਲ ਕਰਨਾ ਹੈ ਉਸ ਤੋਂ 14 ਦਿਨ ਪਹਿਲਾਂ ਟੀਕੇ ਲੱਗੇ ਹੋਏ ਹੋਣਗੇ ਉਹਨਾਂ ਨੂੰ ਵੀ ਫੁੱਲੀ ਵੈਕਸੀਨੇਟਡ ਮੰਨਿਆ ਜਾਵੇਗਾ। ਜਿਸ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਵਿੱਚ ਆ ਕੇ ਹੋਟਲ ਕੁਆਰੰਟਾਈਨ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਘਰ ਵਿੱਚ 14 ਦਿਨ ਦੇ ਵਾਸਤੇ ਕੁਆਰੰਟਾਈਨ ਦੀ ਲੋੜ ਨਹੀਂ ਪਵੇਗੀ ਤੇ ਨਾਲ ਹੀ 8ਵੇਂ ਦਿਨ ਕੋਵਿਡ-19 ਦਾ ਟੈਸਟ ਵੀ ਕਰਵਾਉਣ ਦੀ ਲੋੜ ਨਹੀਂ ਪਵੇਗੀ। ਪਰ ਇੱਥੇ ਅਹਿਮ ਤੌਰ ਦੇ ਉੱਤੇ ਜਾਣਕਾਰੀ ਇਹ ਹੈ ਕਿ PCR ਦਾ ਕੋਵਿਡ-19 ਦਾ ਟੈਸਟ ਹੈ ਜੋ ਜਿਵੇਂ ਉਹ ਹੁਣ ਕਰਵਾਇਆ ਜਾਂਦਾ ਹੈ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ 72 ਘੰਟੇ ਦੇ ਵਿੱਚ ਉਸ ਦੀ ਰਿਪੋਰਟ ਹੋਣੀ ਚਾਹੀਦੀ ਹੈ, ਉਹ ਉਸੇ ਤਰ੍ਹਾਂ ਲਾਗੂ ਰਹੇਗਾ ਤੇ ਕੈਨੇਡਾ ਦੇ 에ਅਰਪੋਰਟ ਦੇ ਉੱਤੇ ਪਹੁੰਚ ਕੇ ਵੀ ਕੋਵਿਡ-19 ਦਾ ਟੈਸਟ ਹੋਵੇਗਾ। ਜਿਸ ਤੋਂ ਬਾਅਦ ਜਦੋਂ ਤੱਕ ਉਸ ਟੈਸਟ ਦਾ ਨਤੀਜਾ ਨਹੀਂ ਆ ਜਾਂਦਾ ਤਾਂ ਤੁਸੀਂ ਜਿੱਥੇ ਵੀ ਆਪਣੇ ਘਰ ਦੇ ਵਿੱਚ ਜਾਣਾ ਹੈ ਜਾਂ ਫਿਰ ਜਿੱਥੇ ਵੀ ਤੁਸੀਂ ਰਹਿਣਾ ਹੈ ਕੈਨੇਡਾ ਵਿੱਚ ਆ ਕੇ ਉਸ ਥਾਂ ਦੇ ਉੱਤੇ ਤੁਹਾਨੂੰ ਉਦੋਂ ਤੱਕ ਅੰਦਰ ਹੀ ਉਡੀਕ ਕਰਨੀ ਪਵੇਗੀ ਤੇ ਜਦੋਂ ਨਤੀਜਾ ਆ ਜਾਂਦਾ ਹੈ ਕਿ ਟੈਸਟ ਨੈਗੇਟਿਵ ਆਇਆ ਤਾਂ ਤੁਸੀਂ ਬਾਹਰ ਜਾ ਸਕਦੇ ਹੋ। ਫਿਲਹਾਲ ਤੱਕ ਜੋ ਅੱਜ ਦੇ ਲਈ ਇਹ ਐਲਾਨ ਹੈ ਉਸ ਦੇ ਵਾਸਤੇ ਅੱਜ ਸਵੇਰੇ 12 ਵਜੇ ਤੋਂ ਹੀ ਲਾਗੂ ਹੋ ਗਿਆ ਸੀ ਕਿ ਜਿਹੜੇ ਫੁੱਲੀ ਵੈਕਸੀਨੇਟਡ ਯਾਤਰੀ ਨੇ ਉਹਨਾਂ ਨੂੰ ਇਹ ਛੋਟ ਦਿੱਤੀ ਜਾ ਰਹੀ ਹੈ। ਤਾਂ ਉਧਰ ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਪਾਸਪੋਰਟ ਸਰਵਿਸ ਵੱਖੋ-ਵੱਖਰੇ ਪੜਾਅ ਦੇ ਤਹਿਤ ਸ਼ੁਰੂ ਕਰਨ ਦੇ ਬਾਰੇ ਐਲਾਨ ਕਰ ਦਿੱਤਾ ਹੈ, ਜੋ ਉਹਨਾਂ ਨੇ ਤਾਜ਼ਾ 5 ਜੁਲਾਈ ਦੇ ਵਾਸਤੇ ਐਲਾਨ ਕੀਤਾ। ਉਸ ਦੇ ਬਾਰੇ ਤੁਹਾਨੂੰ ਇੱਕ ਵਾਰ ਦੱਸਦੇ ਹਾਂ।
ਭਾਰਤ ਵਿੱਚ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਵੱਖੋ-ਵੱਖਰੇ ਪੜਾਅ ਦੇ ਤਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਸਰਵਿਸ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਹੁਣ ਪਾਸਪੋਰਟ ਜਮ੍ਹਾਂ ਕਰਵਾਉਣ ਤੇ ਨਾਲ ਹੀ ਇਸ ਸੰਬੰਧੀ ਪ੍ਰਕਿਰਿਆ ਨੂੰ ਸ਼ੁਰੂ ਕੀਤੇ ਜਾਣ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ, ਜਿਸ ਦੇ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵੱਲੋਂ ਕਿਹਾ ਗਿਆ ਹੈ ਕਿ ਪਾਸਪੋਰਟ ਸਬਮਿਸ਼ਨ ਰਿਕੁਐਸਟ ਲੈਟਰ ਜਿਨ੍ਹਾਂ ਦੇ ਕੋਲ ਮੌਜੂਦ ਨੇ ਉਹਨਾਂ ਦੇ ਵਾਸਤੇ ਪ੍ਰਕਿਰਿਆ ਨੂੰ ਭਾਗਾਂ ਵਿੱਚ ਵੰਡ ਕੇ ਵੱਖੋ-ਵੱਖਰੇ ਤਾਂ ਕੁਝ ਇਸ ਤਰ੍ਹਾਂ ਸ਼ੁਰੂ ਕੀਤਾ ਜਾਵੇਗਾ, ਜਿਸ ਦੇ ਵਿੱਚ ਸਾਰਿਆਂ ਨੂੰ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਆਪਣੇ ਪਾਸਪੋਰਟ ਸਿੱਧੇ ਹਾਈ ਕਮਿਸ਼ਨ ਆਫ ਕੈਨੇਡਾ ਨੂੰ ਨਾ ਭੇਜੇ ਜਾਣ। ਜੇਕਰ ਹਾਈ ਕਮਿਸ਼ਨ ਦੇ ਕੋਲ ਕੋਈ ਪਾਸਪੋਰਟ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਵਾਪਸ ਭੇਜਿਆ ਜਾਵੇਗਾ ਤੇ ਉਸ ਦੇ ਉੱਤੇ ਵੀਜ਼ਾ ਵੀ ਨਹੀਂ ਹੋਵੇਗਾ ਜਦੋਂ ਤੁਹਾਡੇ ਕੋਲੋਂ ਵਾਪਸ ਆਵੇਗਾ, ਜਿਸ ਦੇ ਕਰਕੇ ਕਦੇ ਵੀ ਹਾਈ ਕਮਿਸ਼ਨ ਨੂੰ ਸਿੱਧੇ ਪਾਸਪੋਰਟ ਨਾ ਭੇਜੇ ਜਾਣ ਜਦੋਂ ਤੱਕ ਤੁਹਾਨੂੰ ਲੈਟਰ ਨਹੀਂ ਆਉਂਦਾ ਜਿਸ ਦੇ ਵਿੱਚ ਜਾਣਕਾਰੀ ਨਹੀਂ ਲਿਖੀ ਹੁੰਦੀ ਕਿ ਤੁਸੀਂ ਪਾਸਪੋਰਟ ਭੇਜਣਾ ਤੇ ਕਿੱਥੇ ਭੇਜਣਾ ਹੈ, ਉਦੋਂ ਤੱਕ ਪਾਸਪੋਰਟ ਨਾ ਭੇਜੇ ਜਾਣ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ 5 ਜੁਲਾਈ ਯਾਨੀ ਕਿ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਕਿ ਪਾਸਪੋਰਟ ਜਮ੍ਹਾਂ ਹੋਣੇ ਉਹਨਾਂ ਦੇ ਸ਼ੁਰੂ ਹੋ ਸਕਣਗੇ ਜਿਨ੍ਹਾਂ ਨੇ 2-ਵੇ ਕੁਰੀਅਰ ਪ੍ਰੋਸੈਸ ਯਾਨੀ ਕਿ ਕੁਰੀਅਰ ਦੀ ਪ੍ਰਕਿਰਿਆ ਹੈ ਜੋ ਉਹ ਮਈ 1 ਤੋਂ ਪਹਿਲਾਂ ਪੂਰੀ ਕਰ ਦਿੱਤੀ ਸੀ। ਹੋ ਸਕਦਾ ਕਿ ਕੁਝ ਦਿਨ ਤੱਕ ਸਿਰਫ ਇਹਨਾਂ ਦੇ ਵਾਸਤੇ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਵਾਸਤੇ ਕਿਹਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਫਿਰ ਬਾਕੀ ਸਾਰਿਆਂ ਨੂੰ ਵੀ ਕਹਿ ਦਿੱਤਾ ਜਾਵੇ, ਜਿਵੇਂ ਕਿ ਪਹਿਲਾਂ ਬਾਇਓਮੈਟ੍ਰਿਕ ਦੇ ਵਾਸਤੇ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਜਾਜ਼ਤ ਦਿੱਤੀ ਗਈ ਸੀ ਤੇ ਕੁਝ ਦਿਨ ਬਾਅਦ ਬਾਕੀ ਸਾਰਿਆਂ ਨੂੰ ਕਹਿ ਦਿੱਤਾ ਗਿਆ ਕਿ ਉਹ ਬਾਇਓਮੈਟ੍ਰਿਕ ਦੇ ਵਾਸਤੇ ਅਪਾਇੰਟਮੈਂਟ ਬਣਾ ਸਕਦੇ ਨੇ, ਕਿਉਂਕਿ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਵੱਲੋਂ ਇਸ ਸਮੇਂ ਕਿਹਾ ਵੀ ਇਹੋ ਗਿਆ ਹੈ ਕਿ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਜੋ ਉਹ ਵੱਖ-ਵੱਖਰੇ ਭਾਗਾਂ ਵਿੱਚ ਵੰਡ ਕੇ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਹਾਈ ਕਮਿਸ਼ਨ ਆਫ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਵਾਸਤੇ ਹਜੇ ਕੋਈ ਚਿੱਠੀ ਨਹੀਂ ਆਈ ਤਾਂ ਸਬਰ ਦੇ ਨਾਲ ਉਡੀਕ ਕੀਤੀ ਜਾਵੇ। VFS ਦੇ ਵੱਲੋਂ ਖੁਦ ਤੁਹਾਨੂੰ ਸੰਪਰਕ ਕੀਤਾ ਜਾਵੇਗਾ, ਜਿਸ ਦੇ ਬਾਰੇ ਜੇਕਰ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਜੂਨ ਦੇ ਅੰਤ ਦੇ ਵਿੱਚ ਵੀਜ਼ਾ ਐਪਲੀਕੇਸ਼ਨ ਸੈਂਟਰਸ ਦੇ ਵਿੱਚ ਬਾਇਓਮੈਟ੍ਰਿਕ ਲੈਣ ਦੀ ਪ੍ਰਕਿਰਿਆ ਸਾਰਿਆਂ ਦੇ ਵਾਸਤੇ ਸ਼ੁਰੂ ਕਰ ਦਿੱਤੀ ਗਈ ਸੀ ਜਿਨ੍ਹਾਂ ਨੂੰ ਵੀ BIL ਗਏ ਤੇ ਇਸ ਤੋਂ ਨਾਲ ਹੀ ਹੁਣ ਵੱਖੋ-ਵੱਖਰੇ ਕਦਮ ਚੁੱਕੇ ਜਾ ਰਹੇ ਨੇ ਕਿ ਵੀਜ਼ਾ ਐਪਲੀਕੇਸ਼ਨ ਸੈਂਟਰ ਵੱਖੋ-ਵੱਖਰੇ ਪੜਾਅ ਦੇ ਤਹਿਤ ਖੋਲੇ ਜਾ ਰਹੇ ਨੇ ਜਿੱਥੇ ਕਿ ਪ੍ਰਕਿਰਿਆ ਹੋਰ ਵੀ ਜ਼ਿਆਦਾ ਸ਼ੁਰੂ ਕੀਤੀ ਜਾ ਰਹੀ ਹੈ ਤੇ ਕਿਹੜੀ ਪ੍ਰਕਿਰਿਆ ਫਿਲਹਾਲ ਸ਼ੁਰੂ ਹੋਵੇਗੀ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਨਾਲ ਹੀ ਜੇਕਰ ਕੋਈ ਹੋਰ ਜਾਣਕਾਰੀ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ, ਪਰ ਫਿਲਹਾਲ ਜਿਨ੍ਹਾਂ ਨੂੰ ਇਸ ਸਮੇਂ ਉਡੀਕ ਕਰਨੀ ਪੈ ਰਹੀ ਹੈ ਉਹਨਾਂ ਨੂੰ ਇਹੋ ਕਿਹਾ ਜਾ ਰਿਹਾ ਹੈ ਕਿ ਉਹ ਸਬਰ ਰੱਖਣ। ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।